ਕੋਵਿਡ ਨੇ ਸਾਰਿਆਂ ਨੂੰ ਸਾਨੂੰ ਨੁਕਸਾਨ ਤਾਂ ਪਹੁੰਚਾਇਆ ਕਿਤੇ ਨਾ ਕਿਤੇ, ਚਾਹੇ ਉਹ ਅਸੀਂ ਇਕਨੋਮੀ ਵੱਡੀ ਤੋਂ ਵੱਡੀ ਇਕਨੋਮੀ ਨੂੰ ਦੇਖ ਲਈਏ, ਚਾਹੇ ਛੋਟੇ ਤੋਂ ਛੋਟੇ ਹਾਊਸ ਹੋਲਡ ਨੂੰ ਦੇਖ ਲਈਏ। ਮੋਸਟਲੀ ਸਾਡੇ ਜਿਹੜੇ ਪ੍ਰੋਗਰਾਮਸ ਨੇ ਉਹ ਜਿਸ ਤਰ੍ਹਾਂ 2 ਸਾਲ ਲਈ ਬੱਚੇ ਆਉਂਦੇ ਨੇ, ਚਾਹੇ ਉਹ ਬਿਜ਼ਨਸ ਪ੍ਰੋਗਰਾਮ ਹੈ, ਹਸਪਿਟੈਲਿਟੀ, ਟੂਰਿਜ਼ਮ, ਇਨਫੋਰਮੇਸ਼ਨ ਟੈਕਨੋਲੋਜੀ ਹੋ ਗਿਆ। ਜਿਸ ਤਰ੍ਹਾਂ ਅਸੀਂ ਨਵਾਂ ਹੁਣ ਪ੍ਰੋਗਰਾਮ ਸ਼ੁਰੂ ਰੈਸਟੋਰੈਂਟ ਮੈਨੇਜਮੈਂਟ 'ਚ ਕੀਤਾ ਹੈ, ਐਂਡ ਦੈਨ ਵੀ ਆਰ ਹੈਵਿੰਗ ਚਾਈਲਡ ਕੇਅਰ ਐਂਡ ਲੈਂਗੁਏਜ ਅਸਿਸਟੈਂਟ। ਜਦੋਂ ਕੋਵਿਡ ਆਇਆ ਤਾਂ ਸਾਨੂੰ ਆਨਲਾਈਨ ਕਰਨ 'ਚ ਪ੍ਰੋਬਲਮ ਨਹੀਂ ਆਈ, ਕਿਉਂਕਿ ਆਲਰੇਡੀ ਉਹਨਾਂ ਦੇ ਜਿਹੜਾ ਹਰ ਵੀਕਲੀ ਪਾਰਟ 'ਚ ਆਨਲਾਈਨ ਹੁੰਦਾ ਹੈ। ਤੁਸੀਂ ਜਿੱਦਾਂ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਆ ਰਹੇ ਨੇ, ਲੋਕਲ ਸਟੂਡੈਂਟਸ ਵੀ ਹੈਗੇ ਨੇ, ਇੰਟਰਨੈਸ਼ਨਲ ਸਟੂਡੈਂਟਸ ਵੀ ਹੈਗੇ ਨੇ, ਕਿਸੇ ਵੀ ਕੰਟਰੀ ਦੇ ਵਿੱਚੋਂ ਸਟੂਡੈਂਟਸ ਜਿਹੜੇ ਆ ਰਹੇ ਨੇ, ਪਰ ਹੁਣ ਐਡਮਿਸ਼ਨ ਨੂੰ ਲੈ ਕੇ ਕਿੰਨਾ ਟਾਈਮ ਪਹਿਲਾਂ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਹੈਗੀ ਹੈ? ਜੇ ਕਾਲਜ ਵੱਲੋਂ ਕੰਸਰਨ ਹੈ, ਕਾਲਜ ਉਹਨਾਂ ਦੇ ਹਰ ਇੱਕ ਡਾਕੂਮੈਂਟਸ ਪ੍ਰੋਸੈਸ ਕਰਦਾ ਵਿਦਿਨ 24 ਆਵਰਸ। ਅਸੀਂ ਸਮੈਸਟਰ ਸਿਸਟਮ ਨਹੀਂ, ਕੋਰਸਸ ਸੇਮ ਨੰਬਰ ਆਫ ਕੋਰਸਸ ਆਫਰ ਕਰਦੇ ਹਾਂ, ਪਰ ਕੋਰਸਸ ਜਿਹੜਾ ਹੈ ਉਹ ਹਰ ਮੰਥ ਬਾਏ ਮੰਥ ਹੁੰਦਾ ਹੈ। ਇੱਕ ਟਾਈਮ ਤੇ ਇੱਕ ਹੀ ਕੋਰਸ ਲੈਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਇੱਕ ਕਾਲਜ ਦੇ ਬਾਰੇ, ਪੈਸੀਫਿਕ ਲਿੰਕ ਕਾਲਜ। ਜਦੋਂ ਕਾਲਜ ਦੀ ਗੱਲ ਆਉਂਦੀ ਹੈ ਤਾਂ ਕਾਲਜ ਦੇ ਵਿੱਚ ਸਾਡਾ ਫਿਊਚਰ ਹੁੰਦਾ। ਕਾਲਜ ਹੀ ਡਿਸਾਈਡ ਕਰਦਾ ਕਿ ਅਸੀਂ ਅੱਗੇ ਕਿੱਥੇ ਜਾਣਾ ਹੈ, ਪਰ ਕਾਲਜ ਕੱਲਾ ਡਿਸਾਈਡ ਕਰਨ ਵਾਲਾ ਨਹੀਂ ਹੁੰਦਾ, ਤੁਸੀਂ ਉਹਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੁੰਦੇ ਆ, ਕਿਉਂਕਿ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕਿਹੜੇ ਕਾਲਜ ਦੇ ਵਿੱਚ ਜਾਣਾ, ਕਿਹੜਾ ਪ੍ਰੋਗਰਾਮ ਲੈਣਾ, ਤੇ ਉਸ ਤੋਂ ਬਾਅਦ ਉਸ ਪ੍ਰੋਗਰਾਮ ਦੇ ਕਿਹੜੇ ਬੈਨੀਫਿਟ ਹੈਗੇ ਨੇ, ਤੁਹਾਨੂੰ ਕਿਸ ਤਰ੍ਹਾਂ, ਤੁਹਾਡੇ ਫਿਊਚਰ ਨੂੰ ਕਿਸ ਤਰ੍ਹਾਂ ਉਹ ਪ੍ਰੋਗਰਾਮ ਸਪੋਰਟ ਕਰਦੇ ਆ। ਉਹ ਸਾਰੀ ਇਨਫੋਰਮੇਸ਼ਨ ਅੱਜ ਲਵਾਂਗੇ ਅਸੀਂ ਤਰੁਣ ਖੁੱਲਰ ਤੇ ਵਰੁਣ ਕੁਮਾਰ ਤੋਂ। ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਤਰੁਣ ਐਂਡ ਵਰੁਣ, ਵੈਲਕਮ ਬੋਥ ਆਫ ਯੂ। ਥੈਂਕ ਯੂ ਫॉर ਹੈਵਿੰਗ ਅਸ। ਥੈਂਕ ਯੂ ਫॉर ਕਮਿੰਗ ਇਨ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹੂੰਗੀ ਕਿ ਤੁਹਾਡੇ ਦੋਨਾਂ ਦੇ ਨਾਮ ਬਹੁਤ ਸਿਮਿਲਰ ਹੈਗੇ ਆ। ਪਹਿਲਾਂ ਮੈਂ ਸੋਚਿਆ ਸੀ ਤੁਸੀਂ ਬ੍ਰਦਰਸ ਹੀ ਹੈਗੇ, ਪਰ ਤੁਸੀਂ ਅੱਜ ਇਨਫੋਰਮੇਸ਼ਨ ਦੇਣ ਆਏ ਆ ਸਾਡੇ ਵਿਊਅਰਸ ਨੂੰ ਕਿ ਕਾਲਜ ਦੇ ਵਿੱਚ ਕਿਹੜੀਆਂ ਫੈਸਿਲਿਟੀਜ਼ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਪਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਪਹਿਲਾਂ ਦੱਸੋ। ਸੋ ਤਰੁਣ, ਤੁਹਾਡੇ ਤੋਂ ਸ਼ੁਰੂ ਕਰੂੰਗੀ, ਤੁਸੀਂ ਆਪਣੇ ਬਾਰੇ ਵਿਊਅਰਸ ਨੂੰ ਦੱਸੋ। ਮੈਂ ਐਕਚੁਅਲੀ 2017 ਤੋਂ Pacific Link College, I'm the CEO of the institution. So Varun is actually takes care of admissions. So ਅਸੀਂ ਉਦੋਂ ਤੋਂ ਮੈਨੂੰ ਸ਼ੁਰੂ ਤੋਂ ਸੀਗਾ ਕਿ ਹਾਂ ਵੀ college I can help international students in some way. So that's how we came up with opening up an institution where not only students ਨੂੰ ਖਾਲੀ ਪੜ੍ਹਨ ਹੀ ਨਹੀਂ ਆਉਣ ਦੇਣਾ, ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ jobs ਲਈ, we actually provide that focus on that. So that's how we got into this. I myself came in Canada and did all my degrees back in the day. So that's how I started up with this. Very nice. And you, Varun? Yes, as he mentioned, actually I started with 2017. So ਉਦੋਂ ਮੈਂ as a advisor start ਕੀਤਾ ਸੀ, ਫਿਰ later on ਮੈਂ admissions take care ਕਰਦਾ। So right now I'm a regional recruitment manager so for Pacific Link College। ਹਾਂਜੀ, 2017 ਤੋਂ Pacific Link College ਸ਼ੁਰੂ ਹੋਇਆ and now we are sitting in 2022. How's that years going so far? Pretty good. We started up with literally like 30 something students, and then we reached more than 1100 students. Nice. So even during COVID the time that we received about 500 students in a year. So that was a huge milestone. Though ke COVID restrictions karke, you know, it's pretty tough. Government ne har restriction laiyan hai, from arranging the COVID free taxis to the accommodations, it was tough. But we received a good welcome from all over the world. ਕੋਵਿਡ ਨੇ ਸਾਰਿਆਂ ਨੂੰ ਸਾਨੂੰ ਨੁਕਸਾਨ ਤਾਂ ਪਹੁੰਚਾਇਆ ਕਿਤੇ ਨਾ ਕਿਤੇ, ਚਾਹੇ ਉਹ ਅਸੀਂ ਇਕਨੋਮੀ ਵੱਡੀ ਤੋਂ ਵੱਡੀ ਇਕਨੋਮੀ ਨੂੰ ਦੇਖ ਲਈਏ, ਚਾਹੇ ਛੋਟੇ ਤੋਂ ਛੋਟੇ ਹਾਊਸ ਹੋਲਡ ਨੂੰ ਦੇਖ ਲਈਏ, ਪਰ ਸਟੱਡੀ ਇੱਕ ਅਜਿਹਾ ਟੂਲ ਹੈਗਾ ਜਿਹੜਾ ਅਸੀਂ ਛੱਡ ਵੀ ਨਹੀਂ ਸਕਦੇ, ਲੀਵ ਬਿਹਾਈਂਡ ਵੀ ਨਹੀਂ ਕਰ ਸਕਦੇ, ਕੈਰੀ ਫੋਰਵਰਡ ਵੀ ਨਹੀਂ ਕਰ ਸਕਦੇ ਸੀ, ਕਿਉਂਕਿ ਕੋਵਿਡ ਕਰਕੇ ਘਰਾਂ ਦੇ ਵਿੱਚ ਬੈਠਣਾ ਸੀ। ਸੋ ਇੱਕੋ ਇੱਕ ਰਾਹ ਸੀਗਾ ਟੈਕਨੋਲੋਜੀ ਦਾ, ਵਰਚੁਅਲੀ ਦਾ। ਸੋ ਵਰਚੁਅਲ ਜਦੋਂ ਸੀਗਾ ਸੈਟਅਪ ਕਰਨਾ, ਹਾਊ ਵਾਜ਼ ਦੈਟ ਹਾਰਡ ਫॉर ਯੂ ਗਾਇਜ਼? ਸੋ ਐਕਚੁਅਲੀ ਸਾਡੇ ਲਈ ਵਰਚੁਅਲੀ ਬਹੁਤ ਈਜ਼ੀ ਸੀਗਾ। ਅਸੀਂ ਆਲਰੇਡੀ ਜਿਹੜਾ ਸਾਡਾ ਪ੍ਰੋਗਰਾਮ ਹੈ, ਸੋ ਮੈਂ ਪ੍ਰੋਗਰਾਮਸ ਬਾਰੇ ਵੀ ਦੱਸ ਦੇਣਾ ਕਿ ਮੋਸਟਲੀ ਸਾਡੇ ਜਿਹੜੇ ਪ੍ਰੋਗਰਾਮਸ ਨੇ ਉਹ ਜਿਸ ਤਰ੍ਹਾਂ 2 ਸਾਲ ਲਈ ਬੱਚੇ ਆਉਂਦੇ ਨੇ, ਚਾਹੇ ਉਹ ਬਿਜ਼ਨਸ ਪ੍ਰੋਗਰਾਮ ਹੈ, ਹਸਪਿਟੈਲਿਟੀ, ਟੂਰਿਜ਼ਮ, ਇਨਫੋਰਮੇਸ਼ਨ ਟੈਕਨੋਲੋਜੀ ਹੋ ਗਿਆ। ਜਿਸ ਤਰ੍ਹਾਂ ਅਸੀਂ ਨਵਾਂ ਹੁਣ ਪ੍ਰੋਗਰਾਮ ਸ਼ੁਰੂ ਰੈਸਟੋਰੈਂਟ ਮੈਨੇਜਮੈਂਟ 'ਚ ਕੀਤਾ ਹੈ, ਐਂਡ ਦੈਨ ਵੀ ਆਰ ਹੈਵਿੰਗ ਚਾਈਲਡ ਕੇਅਰ ਐਂਡ ਲੈਂਗੁਏਜ ਅਸਿਸਟੈਂਟ। Pretty soon we are giving a program in healthcare,
ਐਂਡ ਸੋਸ਼ਲ ਸਰਵਿਸ ਮੈਨੇਜਮੈਂਟ। ਸੋ ਸਾਰੇ ਪ੍ਰੋਗਰਾਮ ਅਸੀਂ ਡਿਜ਼ਾਈਨ ਕਰਦੇ ਹਾਂ ਜਿਹਦੇ ਵਿੱਚ 2 ਦਿਨ ਉਹਨਾਂ ਨੇ ਸਕੂਲ 'ਚ ਆ ਕੇ ਪੜ੍ਹਨਾ ਹੈ, 1 ਦਿਨ ਉਹਨਾਂ ਦੀ ਆਨਲਾਈਨ ਕਲਾਸ ਹੁੰਦੀ ਹੈ। ਸੋ ਆਲਰੇਡੀ ਬਿਗਨਿੰਗ ਤੋਂ ਸਾਡੀ ਆਨਲਾਈਨ ਚੱਲ ਰਹੀ ਸੀ, ਤਾਂ ਜਦੋਂ ਕੋਵਿਡ ਆਇਆ ਤਾਂ ਸਾਨੂੰ ਆਨਲਾਈਨ ਕਰਨ 'ਚ ਪ੍ਰੋਬਲਮ ਨਹੀਂ ਆਈ ਕਿਉਂਕਿ ਆਲਰੇਡੀ ਉਹਨਾਂ ਦੇ ਜਿਹੜਾ ਹਰ ਵੀਕਲੀ ਪਾਰਟ 'ਚ ਆਨਲਾਈਨ ਹੁੰਦਾ ਹੈ। ਸੋ ਇਟ ਵਾਸ ਈਜ਼ੀ ਫॉर ਅਸ ਟੂ ਐਕਚੁਅਲੀ ਵੀ ਵਰ ਏਬਲ ਟੂ basically deliver the program in 2 days. Wow. So within COVID happened and they asked ke tusi online jana hai and we were have everything ready, so we went online pretty quick. ਸੋ ਸਭ ਤੋਂ ਪਹਿਲੇ ਕਾਲਜ ਸੀਗੇ Yeah, ਜਿਨ੍ਹਾਂ ਨੂੰ that's ਛੇਤੀ ਐਕਸੈਸ ਮਿਲ ਗਿਆ ਸੀ ਵਰਚੁਅਲੀ That's right, ਕਲਾਸਿਸ that's ਨੂੰ right. ਕਰਨ ਦੇ ਲਈ। ਪਰ ਹੁਣ ਵੀ ਆਨਲਾਈਨ ਦਾ ਹੈਗਾ ਹੈ ਕਿਉਂਕਿ ਸਮਟਾਈਮਸ ਲੋਕ ਹੈਗੇ ਆ ਜਾਂ ਜਿਹੜੇ ਸਟੂਡੈਂਟਸ ਹੈਗੇ ਆ ਦੇ ਡੋਨਟ ਫੀਲ ਸੇਫ ਟੂ ਕਮਿੰਗ ਇਨਟੂ ਦ ਕਾਲਜ, ਦੇ ਹੈਵ ਆਪਸ਼ਨ ਟੂ ਗੋ ਆਨਲਾਈਨ ਔਰ ਉਹਨਾਂ ਨੂੰ ਇਨ ਪਰਸਨ ਸਕੂਲ ਆਉਣਾ ਪੈਣਾ। True, ਦੋਨੇ ਸਾਈਡ ਨੇ ਆਪਣਾ। ਕਈ ਬੱਚੇ ਜਿਸ ਤਰ੍ਹਾਂ ਹੁਣ ਓਵਰਸੀਜ਼ ਨੇ, ਕਈ ਵਾਰੀ ਫਲਾਈਟਸ ਬੰਦ ਹੋ ਜਾਂਦੀਆਂ ਨੇ, ਉਹਨਾਂ ਕੋਲ ਵੀਜ਼ਾਸ ਨੇ ਪਰ ਆ ਨਹੀਂ ਪਾਉਂਦੇ, ਰਾਈਟ, ਉਹ 3-4 ਮਹੀਨੇ ਡਿਲੇ ਕਰਨ ਦੀ ਬਜਾਏ ਉਹ ਆਪਣੀ ਕਲਾਸ ਸ਼ੁਰੂ ਕਰ ਸਕਦੇ ਨੇ ਆਪਣੀ ਕੰਟਰੀ ਤੋਂ। ਦੂਸਰਾ ਹੈ ਜਿਹੜੇ ਬੱਚੇ ਇੱਥੇ ਆਉਂਦੇ ਨੇ ਫॉर ਐਗਜ਼ਾਮਪਲ ਕਿ ਜਿਸ ਤਰ੍ਹਾਂ ਹੁਣ ਓਮੀਕਰੋਨ ਬਹੁਤ ਵੱਧ ਗਿਆ ਸੀਗਾ, ਰਾਈਟ, ਪਿਛਲੇ 2 ਮਹੀਨਿਆਂ ਤੋਂ, ਐਂਡ ਐਵਰੀਬਡੀ ਵਾਸ ਸਿਕ। So they don't want to come to school because it's dangerous, ਉਹਨਾਂ ਨੂੰ ਬੱਸ ਲੈਣੀ ਪੈਂਦੀ ਹੈ, ਟ੍ਰਾਂਜ਼ਿਟ ਲੈਣੀ ਪੈਂਦੀ ਹੈ, parents are worried. So in that case the classes are still going online. So teachers still are in school, so they can come to the school, but for this timing we have kept it for the safety of students. ਸੋ ਤੁਸੀਂ ਜਿੱਦਾਂ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਆ ਰਹੇ ਨੇ, ਲੋਕਲ ਸਟੂਡੈਂਟਸ ਵੀ ਹੈਗੇ ਨੇ, ਇੰਟਰਨੈਸ਼ਨਲ ਸਟੂਡੈਂਟਸ ਵੀ ਹੈਗੇ ਨੇ, ਕਿਸੇ ਵੀ ਕੰਟਰੀ ਦੇ ਵਿੱਚੋਂ ਸਟੂਡੈਂਟਸ ਜਿਹੜੇ ਆ ਰਹੇ ਨੇ, ਪਰ ਹੁਣ ਐਡਮਿਸ਼ਨ ਨੂੰ ਲੈ ਕੇ ਕਿੰਨਾ ਟਾਈਮ ਪਹਿਲਾਂ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਹੈਗੀ ਹੈ? ਵਰਨ ਤੁਹਾਡੇ ਤੋਂ ਪੁੱਛਾਂਗੀ। ਜੇ ਇਮੀਗ੍ਰੇਸ਼ਨ ਦਾ ਕੰਸਰਨ ਹੋਵੇ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਐਸ ਸੂਨ ਐਸ ਪੋਸੀਬਲ ਅਪਲਾਈ ਕਰਨ, ਬਿਕਾਜ਼ ਅੱਜ ਕੱਲ੍ਹ ਕੋਵਿਡ ਕਰਕੇ ਵੀ ਇਮੀਗ੍ਰੇਸ਼ਨ ਵਿੱਚ ਥੋੜੀ ਡਿਲੇਸ ਨੇ। ਸੋ ਜਿੰਨੀ ਜਲਦੀ ਉਹ ਅਪਲਾਈ ਕਰਨਗੇ ਉਨੀ ਜਲਦੀ ਆਪਾਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ। ਬਟ ਸੋ ਫਾਰ ਜੇ ਕਾਲਜ ਵੱਲੋਂ ਕੰਸਰਨ ਹੈ, ਕਾਲਜ ਉਹਨਾਂ ਦੇ ਹਰ ਇੱਕ ਡਾਕੂਮੈਂਟਸ ਪ੍ਰੋਸੈਸ ਕਰਦਾ ਵਿਦਿਨ 24 ਆਵਰਸ। ਸੋ 24 ਆਵਰਸ ਪਹਿਲਾਂ ਉਹ ਸਾਨੂੰ ਕੋਈ ਵੀ ਡਾਕੂਮੈਂਟ ਭੇਜ ਸਕਦੇ ਨੇ। ਦੇ ਨੀਡ ਲੈਟਰ ਆਫ ਆਫਰ, we can help them within 24 hours. They need letter of acceptance, we can help them in 24 hours. So ਤੁਹਾਡੇ ਵੱਲੋਂ 24 ਆਵਰਸ ਦੇ ਵਿੱਚ ਸਾਰੀ ਜਿਹੜੀ ਹੈਲਪ ਬੱਚੇ ਐਗਜ਼ੈਕਟਲੀ। ਈਵਨ ਉਹ ਤੋਂ ਇਲਾਵਾ ਵੀ ਜੇ ਕੋਈ ਬੱਚੇ ਨੂੰ ਟ੍ਰਾਂਸਕ੍ਰਿਪਟ ਚਾਹੀਦੀ ਹੁੰਦੀ ਹੈ, ਜਿਹੜੇ ਸਾਡੇ ਕਰੰਟ ਵੀ ਸਟੂਡੈਂਟਸ ਨੇ, ਉਹਨਾਂ ਦੀ ਵੀ ਆਪਾਂ ਹਰ ਇੱਕ ਰਿਕੁਐਸਟ ਕੋਸ਼ਿਸ਼ ਕਰਦੇ ਹਾਂ 24 ਆਵਰਸ ਦੇ ਅੰਦਰ ਹੀ ਕੰਪਲੀਟ ਹੋ ਜਾਏ। ਜੀ, ਇਹਦੇ 'ਚ ਮੈਂ ਐਡ ਕਰਨਾ ਚਾਹਾਂਗਾ ਕਿ ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਪ੍ਰੋਗਰਾਮ ਲਈ, ਇੱਕ ਤਾਂ ਸਾਡਾ ਪ੍ਰੋਗਰਾਮ ਹਰ ਜਿਹੜਾ ਬੈਚ ਹੈ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਮੋਸਟਲੀ ਬੱਚਿਆਂ ਨੂੰ ਲੱਗਦਾ ਕਿ ਕੈਨੇਡਾ ਖਾਲੀ ਜਨਵਰੀ, ਮਈ ਤੇ ਸੈਪਟੈਂਬਰ ਜੀ ਸਮੈਸਟਰਸ ਹੁੰਦੇ ਨੇ। ਅਸੀਂ ਸਮੈਸਟਰ ਸਿਸਟਮ ਨਹੀਂ, ਕੋਰਸਸ ਸੇਮ ਨੰਬਰ ਆਫ ਕੋਰਸਸ ਆਫਰ ਕਰਦੇ ਹਾਂ, ਪਰ ਕੋਰਸਸ ਜਿਹੜਾ ਹੈ ਉਹ ਹਰ ਮੰਥ ਬਾਏ ਮੰਥ ਹੁੰਦਾ ਹੈ, ਇੱਕ ਟਾਈਮ ਤੇ ਇੱਕ ਹੀ ਕੋਰਸ ਲੈਂਦਾ ਹੈ। ਸੋ ਉਸ ਕਰਕੇ ਜਿੰਨੇ ਵੀ ਸਟੂਡੈਂਟ ਨੇ ਉਹ ਹਰ ਮਹੀਨੇ ਸਟਾਰਟ ਕਰ ਸਕਦੇ। ਸਾਡਾ ਬੈਚ ਹਰ ਮਹੀਨੇ ਸਟਾਰਟ ਹੁੰਦਾ ਹੈ। ਸੋ ਇਸ ਕਰਕੇ ਕਿਸੇ ਬੱਚੇ ਨੂੰ ਇਹ ਚੀਜ਼ ਦੀ ਸਟ੍ਰੈਸ ਜਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਜੇ ਉਹਦਾ ਮਿਸ ਹੋ ਗਿਆ ਤਾਂ ਉਹਨੂੰ ਸੈਪਟੈਂਬਰ ਦੀ ਵੇਟ ਕਰਨੀ ਪਏਗੀ, ਜਾਂ ਹੁਣ ਜਨਵਰੀ ਸਟਾਰਟ ਹੋ ਰਿਹਾ ਜਿਸ ਤਰ੍ਹਾਂ 23rd ਨੂੰ, ਤਾਂ ਜੇ ਉਹਦਾ 23rd ਮਿਸ ਹੋ ਗਿਆ ਤਾਂ ਉਹਨੂੰ ਮਈ ਦੀ ਵੇਟ ਨਹੀਂ ਕਰਨੀ ਪਏਗੀ। ਦੇ ਕੈਨ ਸਟਾਰਟ ਇਨ ਫੈਬਰੂਰੀ ਆਲਸੋ, ਮਾਰਚ ਆਲਸੋ। ਓਕੇ, ਸੋ ਦਿਸ ਇਜ਼ ਅ ਬਿਗ ਥਿੰਗ। ਪਲੱਸ ਸਾਡੇ ਕੋਲ ਐਕਚੁਅਲੀ ਆਲ ਓਵਰ ਵਰਲਡ ਵੀ ਬਹੁਤ ਜ਼ਿਆਦਾ ਐਪਲੀਕੇਸ਼ਨਸ ਆ ਰਹੀਆਂ ਨੇ। ਆਈ ਵੁੱਡ ਸੇ ਇਟਸ ਮੋਰ ਦੈਨ 1000 ਐਪਲੀਕੇਸ਼ਨਸ, ਰਾਈਟ। ਸੋ ਉਸ ਕਰਕੇ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਜਿੰਨੀ ਜਲਦੀ ਕਰਨ ਤਾਂ ਕਿ ਉਹ ਆਪਣੀ ਸੀਟ ਨਾ ਮਿਸ ਕਰਨ। ਅੱਛਾ, ਹੁਣ ਸੀਟ ਮਿਸ ਕਰਨ ਤੋਂ, ਜਿਵੇਂ ਤੁਸੀਂ ਕਿਹਾ ਸੀਟ ਨਾ ਮਿਸ ਕਰਨ, ਹੁਣ ਜਿਵੇਂ ਜਿਸ ਕਿਸੇ ਨੇ ਜਨਵਰੀ ਦੇ ਵਿੱਚ ਕੋਈ ਕਿਹਾ ਉਹ ਫੈਬਰੂਰੀ ਦੇ ਵਿੱਚ, ਕੋਈ ਇਹੋ ਜਿਹਾ ਕੋਰਸ ਹੈਗਾ ਹੈ ਕਿ ਜਿਹੜਾ ਜਨਵਰੀ ਦੇ ਵਿੱਚ ਸਟਾਰਟ ਹੋਇਆ ਪਰ ਉਹ ਨੈਕਸਟ ਈਅਰ ਸਟਾਰਟ ਹੋਏਗਾ, ਜਾਂ ਉਸ ਸਾਲ ਦੇ ਲਈ ਤੁਸੀਂ ਅਪਲਾਈ ਨਹੀਂ ਕਰ ਸਕਦੇ, ਇਦਾਂ ਦਾ ਵੀ ਕੋਈ ਕੋਰਸ ਹੈਗਾ ਹੈ? ਐਕਚੁਅਲੀ ਸਾਡੇ ਸਾਰੇ ਪ੍ਰੋਗਰਾਮ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤੇ ਹੋਏ ਨੇ ਕਿਸੇ ਨੂੰ ਵੇਟ ਨਾ ਕਰਨੀ ਪਏ। ਸੋ ਜੇ ਕਿਸੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਵੀਜ਼ਾ ਬੱਚੇ ਦਾ ਟਾਈਮ ਤੇ ਨਹੀਂ ਆਉਂਦਾ, ਸੋ ਉਸ ਕਰਕੇ ਉਹ ਆਪਣਾ ਉਹਨਾਂ ਨੂੰ ਲੱਗਦਾ ਕਿ ਮੇਰਾ ਬੈਚ ਮਿਸ ਹੋ ਗਿਆ, ਜੇ ਉਹਨਾਂ ਦਾ ਵੀਜ਼ਾ ਟਾਈਮ ਤੇ ਨਹੀਂ ਆ ਰਿਹਾ, ਫॉर ਐਗਜ਼ਾਮਪਲ 15-20 ਦਿਨ ਲੇਟ ਹੈ, ਉਹ ਨੈਕਸਟ ਮੰਥ ਆ ਕੇ। ਸੋ ਸਾਰੇ ਪ੍ਰੋਗਰਾਮ ਸਾਡੇ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਨੇ, ਵੈਰੀ ਸਮਾਰਟਲੀ ਡਿਜ਼ਾਈਨ। ਸਾਡੇ ਜਿਹੜੇ ਟੀਚਰਸ ਨੇ ਉਹਨਾਂ ਨੇ ਬਹੁਤ ਸਮਾਰਟਲੀ ਡਿਜ਼ਾਈਨ ਕੀਤਾ ਹੈ ਕਿ ਕਦੇ ਵੀ ਕਿਸੇ ਵੀ ਟਾਈਮ ਤੇ ਬੱਚਾ ਆ ਕੇ ਸਟਾਰਟ ਕਰ ਸਕਦਾ ਹੈ। ਐਡਮਿਸ਼ਨਸ ਦੇ ਲਈ ਰਿਕੁਆਇਰਮੈਂਟਸ ਕਿਹੜੀਆਂ ਨੇ? ਐਕੈਡੈਮਿਕ ਰਿਕੁਆਇਰਮੈਂਟਸ ਤੇ ਬੇਸਿਕਲੀ ਇੱਕ ਪਾਸਪੋਰਟ ਉਹਨਾਂ ਨੂੰ ਡੈਫੀਨੇਟਲੀ ਦੇਣਾ ਪੈਣਾ ਜੇ ਐਡਮਿਸ਼ਨ ਲੈਣਾ ਚਾਹੁੰਦੇ ਨੇ। ਉਹਨਾਂ ਦੇ ਐਕੈਡੈਮਿਕਸ ਗ੍ਰੇਡ 12 ਜਾਂ ਬੈਚਲਰਸ ਜਾਂ ਮਾਸਟਰਸ ਹੀ ਉਹਨਾਂ ਨੇ ਕੀਤੀ ਹੋਈ ਹੈ। ਇੰਗਲਿਸ਼ ਮਸਟ ਹੈ, ਇੰਗਲਿਸ਼ ਉਹਨਾਂ ਨੂੰ ਆਪਾਂ ਆਇਲਸ ਵੀ ਐਕਸੈਪਟ ਕਰਦੇ ਹਾਂ, ਪੀਟੀ ਐਕਸੈਪਟ ਕਰਦੇ ਹਾਂ, ਡੂਓਲਿੰਗੋ ਵੀ ਐਕਸੈਪਟ ਕਰਦੇ ਹਾਂ। ਉਸ ਤੋਂ ਇਲਾਵਾ ਵੀ ਜੇ ਕੋਈ ਇਨ ਕੈਨੇਡਾ ਵਿੱਚ ਸਟੂਡੈਂਟਸ ਹੈਗੇ ਨੇ ਜਿਹੜੇ ਇੰਟਰਨੈਸ਼ਨਲ ਨੇ, ਜੇ ਉਹਨਾਂ ਕੋਲ ਇਹ ਡਾਕੂਮੈਂਟਸ ਮਿਸਿੰਗ ਨੇ, ਆਈ ਮੀਨ ਇੰਗਲਿਸ਼ ਉਹਨਾਂ ਕੋਲ ਨਹੀਂ ਹੈਗੀ, ਉਹ ਸਾਡੇ ਕਾਲਜ ਦਾ ਐਂਟਰੈਂਸ ਐਗਜ਼ਾਮ ਹੈ ਜਿਹੜਾ ਫ੍ਰੀ ਆਫ ਕਾਸਟ ਹੈ। ਉਹ ਆਨਲਾਈਨ ਐਗਜ਼ਾਮ ਉਹ ਦੇ ਕੇ ਆਪਣੀ ਇੰਗਲਿਸ਼ ਰਿਕੁਆਇਰਮੈਂਟਸ ਵੀ ਮੀਟ ਕਰ ਸਕਦਾ ਹੈ। ਸੋ ਹੋਰ ਕੋਈ ਰਿਕੁਆਇਰਮੈਂਟਸ ਨਹੀਂ? ਸੋ ਇਹ ਜਿਹੜੀਆਂ ਬਾਕੀ ਜਿਹੜੀਆਂ ਰਿਕੁਆਇਰਮੈਂਟਸ ਹੋਣਗੀਆਂ ਮੈਨੂੰ ਲੱਗਦਾ ਪ੍ਰੋਗਰਾਮ ਟੂ ਪ੍ਰੋਗਰਾਮ ਹੋਣਗੀਆਂ। ਸੋ ਡਿਫਰੈਂਟ ਪ੍ਰੋਗਰਾਮ ਦੀ ਡਿਫਰੈਂਟ ਰਿਕੁਆਇਰਮੈਂਟਸ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ।
ਸੋ ਜਿਵੇਂ ਤੁਸੀਂ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਆ, ਹੁਣ ਸਮ ਟਾਈਮਸ ਅਸੀਂ ਗੱਲ ਕਰ ਰਹੇ ਸੀਗੇ ਕਿ ਵਿਜ਼ਿਟਰ ਕੋਈ ਆ ਜਾਂਦਾ ਹੈ ਇੱਥੇ, ਸੋ ਵਿਜ਼ਿਟ ਕਰਨ ਕਿਸੇ ਵੀ ਕੰਟਰੀ ਤੋਂ ਕੋਈ ਆਇਆ, ਉਹਨਾਂ ਨੂੰ ਬਹੁਤ ਵਧੀਆ ਲੱਗਿਆ, ਉਹਨਾਂ ਨੂੰ ਸਿਸਟਮ ਬੜਾ ਵਧੀਆ ਲੱਗਿਆ, ਉਹ ਕਹਿੰਦੇ ਕਿਉਂ ਨਾ ਇੱਥੇ ਹੀ ਆਪਣੀ ਸਟੱਡੀ ਕੰਟੀਨਿਊ ਕੀਤੀ ਜਾਵੇ, ਉਹਨਾਂ ਦੀਆਂ ਆਪਸ਼ਨਸ ਵੀ ਐਕਸੈਪਟ ਕੀਤੀਆਂ ਜਾਂਦੀਆਂ ਤੁਹਾਡੇ ਵੱਲੋਂ? ਬਿਲਕੁਲ, ਐਕਚੁਅਲੀ ਰੀਸੈਂਟ ਅਸੀਂ ਆਈ ਰਿਮੈਂਬਰ ਕਿ 2019 ਤਾਂ ਕੋਵਿਡ ਟਾਈਮ ਤੇ ਤਾਂ ਕੋਈ ਵੀ ਵਿਜ਼ਿਟਰਸ ਨਹੀਂ ਆ ਰਹੇ ਸੀਗੇ, ਬਟ ਰੀਸੈਂਟਲੀ ਵੀ ਹੈਵ ਸੀਨ ਅਗੇਨ ਕਿ ਸਾਡੇ ਕੋਲ ਕਾਫੀ ਵਿਜ਼ਿਟਰਸ, ਉਹ ਖਾਲੀ ਜਿਸ ਤਰ੍ਹਾਂ ਹੁਣ ਕੋਰੀਆ ਹੋ ਗਿਆ, ਜਾਪਾਨ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਮੈਕਸੀਕੋ, ਇੰਡੀਆ ਤੋਂ ਵੀ ਆਉਂਦੇ ਨੇ ਵਿਜ਼ਿਟਰਸ। ਸੋ ਜਿੰਨੇ ਵਿਜ਼ਿਟਰ ਆਉਂਦੇ ਨੇ ਕਾਫੀ ਉਹਨਾਂ ਕੋਲ 6 ਮੰਥਸ ਦਾ ਟਾਈਮ ਹੁੰਦਾ ਹੈ। ਕਈ ਵਾਰੀ ਉਹਨਾਂ ਨੂੰ ਆ ਕੇ ਹੁੰਦਾ ਹੈ ਕਿ ਯਾਰ ਅਸੀਂ ਵੀ ਇੱਥੇ ਪੜ੍ਹ ਕੇ ਦੇਖੀਏ ਕਿ ਸਾਨੂੰ ਇੱਥੋਂ ਦੀ ਲੋਕਲ ਪੜ੍ਹਾਈ ਲੈ ਕੇ ਦੇਖੀਏ ਕਿੱਦਾਂ ਦੀ ਹੈ। ਸੋ ਡੈਫੀਨੇਟਲੀ ਕੋਈ ਵੀ ਵਿਜ਼ਿਟਰ ਆਇਆ ਹੈ ਜੋ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਪ੍ਰੋਗਰਾਮ ਸਰਟਨ ਪ੍ਰੋਗਰਾਮਸ ਨੇ ਜਿਨ੍ਹਾਂ 'ਚੋਂ ਆ ਕੇ ਪੜ੍ਹ ਸਕਦੇ ਨੇ, ਉਹ ਕਦੇ ਵੀ ਆ ਕੇ ਸਾਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਨੇ। ਸਰਟਨ ਪ੍ਰੋਗਰਾਮਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚੋਂ ਕੋਈ ਐਗਜ਼ਾਮਪਲ ਜੇ ਦੇਣੀ ਚਾਹੋ ਤਾਂ ਕਿਹੜੀ ਹੋਏਗੀ? ਬਿਜ਼ਨਸ ਹਸਪਿਟੈਲਿਟੀ ਦਾ ਕਰ ਸਕਦੇ ਹੋ ਪ੍ਰੋਗਰਾਮ, ਉਹ ਟੂਰਿਜ਼ਮ ਇੰਡਸਟਰੀ ਦੇ ਰਿਲੇਟਡ ਕਰ ਸਕਦੇ ਹੋ ਜਿਹਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਹਾਲੇ ਪੈਂਡੈਮਿਕ ਕਰਕੇ। ਆਈਟੀ ਪ੍ਰੋਗਰਾਮਸ ਕਰ ਸਕਦੇ ਹੋ, ਡਿਜੀਟਲ ਮੀਡੀਆ ਦੇ ਕਰ ਸਕਦੇ ਨੇ ਉਹ ਪ੍ਰੋਗਰਾਮ। ਸੋ ਕੋਈ ਵੀ ਪ੍ਰੋਗਰਾਮ ਉਹ ਕਰ ਸਕਦੇ ਨੇ ਡੈਫੀਨਿਟਲੀ। ਅਸੀਂ ਪਹਿਲਾਂ ਪਾਥਵੇ ਪ੍ਰੋਗਰਾਮਸ ਦੀ ਗੱਲ ਕਰ ਰਹੇ ਸੀਗੇ, ਸੋ ਨਵੇਂ ਪ੍ਰੋਗਰਾਮ ਆ ਰਹੇ ਆ ਜੀ ਤੁਹਾਡੇ ਵੱਲੋਂ? ਨਹੀਂ, ਸਾਡੇ ਕੋਲ ਆਲਰੇਡੀ ਪ੍ਰੋਗਰਾਮਸ ਹੈਗੇ ਆ ਪਾਥਵੇ, ਜਿਹਦੇ ਵਿੱਚ ਬੱਚਾ 1 ਸਾਲ ਸਾਡੇ ਕੋਲ ਪੜ੍ਹਦਾ, 1 ਸਾਲ ਉਹ ਪਬਲਿਕ ਕਾਲਜ ਪੜ੍ਹੇਗਾ, ਜਿਹਦੇ ਨਾਲ ਲੇਟਰ ਔਨ ਉਹ ਆਪਣਾ ਅੱਗੇ ਫਿਰ ਜੋ ਉਹਨਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਉਹ ਡੈਫੀਨਿਟਲੀ ਕਰ ਸਕਦੇ ਨੇ। ਸੋ ਉਹ ਪ੍ਰੋਗਰਾਮ ਕਿਸ ਤਰ੍ਹਾਂ ਵਰਕ ਕਰਦੇ ਨੇ, ਥੋੜਾ ਜਿਹਾ ਸਾਨੂੰ ਡਿਟੇਲ ਦੇ ਵਿੱਚ ਦੱਸੋ। ਉਹ ਪ੍ਰੋਗਰਾਮ ਬਹੁਤ ਸਿੰਪਲ ਪ੍ਰੋਗਰਾਮ, ਬਹੁਤ ਸਿੰਪਲ ਸਟਰਕਚਰ ਕਾਲਜ ਨੇ ਕ੍ਰੀਏਟ ਕੀਤਾ ਹੈ, ਜਿਹਦੇ ਵਿੱਚ ਬੱਚਾ ਸਾਡੇ ਕੋਲ ਆਉਂਦਾ 1 ਸਾਲ ਵਾਸਤੇ, 1 ਸਾਲ 2 ਸਾਲ ਦਾ ਡਿਪਲੋਮਾ ਦੇ ਬੱਚੇ ਪੜ੍ਹਦੇ ਨੇ ਇੱਥੇ ਆ ਕੇ, ਰਾਈਟ, ਜਿਹਦੇ ਵਿੱਚ ਉਹ 1 ਸਾਲ ਸਾਡੇ ਕੋਲ ਪੜ੍ਹਨਗੇ, 1 ਸਾਲ ਉਹ ਪਬਲਿਕ ਕਾਲਜ ਵਿੱਚ ਪੜ੍ਹਨਗੇ, ਉਸ ਤੋਂ ਬਾਅਦ ਆਪਣਾ ਉਹ ਡਿਪਲੋਮਾ ਲੈ ਕੇ ਆਪਣਾ ਵਰਕ ਪਰਮਿਟ ਫਾਈਲ ਕਰ ਸਕਦੇ ਲੇਟਰ ਔਨ। ਸੋ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਸਾਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਕਈ ਵਾਰ ਅਸੀਂ ਕੋਰਸ ਲੈ ਕੇ ਇੱਥੇ ਤਾਂ ਆ ਜਾਂਦੇ ਪਰ ਉਹ ਕਹਿੰਦੇ ਕਿ ਵਰਕ ਪਰਮਿਟ ਨਹੀਂ ਮਿਲ ਰਿਹਾ। ਪਹਿਲੀ ਗੱਲ ਤਾਂ ਜਦੋਂ ਕਾਲਜ ਨਾਲ ਤੁਸੀਂ ਪੜ੍ਹਦੇ ਆ ਤਾਂ ਸਿਰਫ ਪੜ੍ਹਾਈ ਦੀ ਜ਼ਿੰਮੇਵਾਰੀ ਹੁੰਦੀ ਹੈ, ਇਹ ਤਾਂ ਐਡੀਸ਼ਨਲ ਤੁਹਾਨੂੰ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਕੰਮ ਵੀ ਕਰ ਸਕਦੇ ਆ, ਪਰ ਜਿਹੜਾ ਕੰਸਰਨ ਹੈਗਾ ਜੇ ਉਹਨੂੰ ਅਸੀਂ ਆਨਸਰ ਕਰਨਾ ਹੋਵੇ ਕਿ ਵਰਕ ਪਰਮਿਟ ਦਿੱਤਾ ਜਾਂਦਾ। ਸੋ ਸਭ ਤੋਂ ਪਹਿਲਾਂ ਕਿ ਗਵਰਨਮੈਂਟ ਨੇ ਜਿੰਨੇ ਵੀ ਕਾਲਜ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਲੈ ਸਕਦੇ ਨੇ ਉਹ ਸਾਰੇ DLI ਅਪਰੂਵਡ ਹੁੰਦੇ ਨੇ। ਹਰ ਇੱਕ ਦਾ DLI ਨੰਬਰ ਹੈ। DLI ਨੰਬਰ ਹੋਣ ਕਰਕੇ ਕੋਈ ਵੀ ਸਟੂਡੈਂਟ ਆ ਕੇ ਇੱਥੇ 20 ਘੰਟੇ ਹਰ ਹਫਤੇ ਕੰਮ ਕਰ ਸਕਦਾ ਹੈ। ਬਿਲਕੁਲ, ਜਦੋਂ ਉਹਨਾਂ ਦਾ ਪ੍ਰੋਗਰਾਮ ਹੋ, ਜਿਸ ਤਰ੍ਹਾਂ ਸਾਡਾ ਪ੍ਰੋਗਰਾਮ ਹੈ, ਬੱਚਾ ਪਹਿਲਾਂ ਮੋਸਟਲੀ ਸਾਡੇ ਜਿਹੜੇ 2 ਸਾਲ ਦੇ ਪ੍ਰੋਗਰਾਮ ਨੇ ਉਹ ਡਿਜ਼ਾਈਨ ਕੀਤੇ ਗਏ ਨੇ ਕਿ ਪਹਿਲਾ ਸਾਲ ਪੜ੍ਹਨਾ ਹੈ, ਦੂਸਰੇ ਸਾਲ ਸਾਡਾ ਫੁੱਲ ਟਾਈਮ ਕੋਆਪ ਹੈ। ਓਕੇ, ਜੇ 1 ਸਾਲ ਦਾ ਪ੍ਰੋਗਰਾਮ ਹੈ ਤਾਂ 6 ਮਹੀਨੇ ਪੜ੍ਹਨਾ ਹੈ, 6 ਮਹੀਨੇ ਕੋਆਪ ਹੈ। ਸੋ ਉਸ ਤੋਂ ਬਾਅਦ ਜਿਹੜਾ ਲੋਕਾਂ ਨੂੰ ਹੁੰਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਹੈ ਉਹ ਕਿਸ ਤਰ੍ਹਾਂ ਮਿਲੇਗਾ, ਉਹਦੇ ਕਰਕੇ ਜਿਹੜੇ ਪਾਥਵੇ ਪ੍ਰੋਗਰਾਮ ਜਿਹੜਾ ਵਰੁਣ ਤੁਹਾਡੇ ਨਾਲ ਡਿਸਕਸ ਕਰ ਰਿਹਾ ਸੀਗਾ, ਸਾਡੇ ਕੋਲ ਡਿਗਰੀ ਨੇ ਪਲੱਸ ਡਿਪਲੋਮਾ ਪਾਥਵੇਸ ਪ੍ਰੋਗਰਾਮ ਨੇ। ਡਿਪਲੋਮਾ ਦਾ ਮਤਲਬ ਤੁਸੀਂ ਪਹਿਲਾ ਸਾਲ ਕਰੋ, ਦੂਸਰਾ ਸਾਲ ਪਬਲਿਕ ਇੰਸਟੀਟਿਊਸ਼ਨ ਕਰੋ ਜਾਂ ਕਿਸੇ ਵੀ ਪਬਲਿਕ ਇੰਸਟੀਟਿਊਸ਼ਨ ਜਿੱਥੇ ਕਿ ਖਤਮ ਕਰਨ ਤੋਂ ਬਾਅਦ ਸਾਨੂੰ 2 ਸਾਲ ਦਾ ਪਰਮਿਟ ਲੈ ਕੇ 2 ਸਾਲ ਦਾ ਡਿਪਲੋਮਾ ਲੈ ਕੇ ਤੁਸੀਂ ਉਸ ਤੋਂ ਬਾਅਦ ਪਰਮਿਟ ਅਪਲਾਈ ਕਰ ਸਕਦੇ ਹੋ। ਪਰਮਿਟ ਦੇਣਾ ਜਾਂ ਨਾ ਦੇਣਾ ਉਹ ਐਂਡ ਜਿਹੜਾ ਹੈ IRCC ਦੀ ਡਿਸੀਜਨ ਹੈ, ਵੀਜ਼ਾ ਆਫਿਸਰ ਦਾ ਡਿਸੀਜਨ ਹੈ। ਸਿਮਿਲਰਲੀ ਕਾਫੀ ਬੱਚੇ ਡਿਗਰੀ ਲਈ ਆਉਂਦੇ ਨੇ, ਜਿਸ ਤਰ੍ਹਾਂ ਸਾਡਾ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ ਨਾਲ ਹੈ, ਬੱਚੇ ਪੜ੍ਹਨਗੇ ਇੱਥੇ। ਜਿਹੜਾ ਸਾਡਾ 2 ਸਾਲ ਦਾ ਪ੍ਰੋਗਰਾਮ ਹੈ ਉਹ 2 ਸਾਲ ਦੀ ਵੈਲਿਡਿਟੀ ਮਿਲ ਜਾਏਗੀ, ਪਲੱਸ ਉੱਥੇ ਜਾ ਕੇ 1.5 ਸਾਲ ਹੋਰ ਲਾਣਾ ਹੈ ਤਾਂ ਸਾਨੂੰ ਇੱਕ ਡਿਗਰੀ ਵੀ ਮਿਲ ਜਾਂਦੀ ਹੈ। ਡਿਗਰੀ ਤੋਂ ਬਾਅਦ ਸਿਮਿਲਰਲੀ ਉਹ 3 ਸਾਲ ਦਾ ਅਪਲਾਈ ਕਰ ਸਕਦੇ। ਸੋ ਇੱਕ ਪ੍ਰੋਸੈਸ ਹੈਗਾ, ਪ੍ਰੋਸੈਸ ਦੇ ਥਰੂ ਤੁਸੀਂ ਜਾਂਦੇ ਆ ਤਾਂ ਤੁਹਾਨੂੰ ਸਾਰਾ ਕੁਝ ਜਿਹੜਾ ਈਜ਼ੀ ਹੁੰਦਾ ਜਾਂਦਾ। ਹੁਣ ਕੋਵਿਡ ਕਰਕੇ ਬਹੁਤ ਸਾਰੇ ਕੰਸਰਨ ਹੈਗੇ ਨੇ। ਹੁਣ ਪਹਿਲਾਂ ਸੀਗਾ ਕਿ ਇਮੀਗ੍ਰੇਸ਼ਨ ਤੁਸੀਂ ਘਰ ਦੇ ਵਿੱਚ ਪੜ੍ਹ ਕੇ ਪੜੋ, ਤੁਸੀਂ ਬੈਕ ਕੰਟਰੀ ਪੜੋ ਤੇ ਤੁਸੀਂ ਇੱਥੇ ਆ ਕੇ ਆਪਣਾ ਜਿਹੜਾ ਵਰਕ ਪਰਮਿਟ ਲੈ ਕੇ ਕੰਟੀਨਿਊ ਕਰ ਸਕਦੇ ਹੈਗੇ। ਸੋ ਉਦਾਂ ਦੇ ਪ੍ਰੋਗਰਾਮ ਜਿਹੜੇ ਕਰਨ ਦੇ ਵਿੱਚ ਤੁਹਾਨੂੰ ਮੁਸ਼ਕਿਲ ਆਈ ਕਿ ਕਿਸੇ ਨੇ 2 ਸਾਲ ਦੇ ਲਈ ਉੱਥੇ ਹੀ ਸਟੱਡੀ ਕੀਤੀ ਜਾਂ ਆਪਣੇ ਬੈਕ ਹੋਮ ਹੀ ਸਟੱਡੀ ਕੀਤੀ? 2 ਸਾਲ ਆਈ ਥਿੰਕ ਕਈ ਕਾਲਜਸ ਕਰ ਰਹੇ ਨੇ, ਪਰ ਅਸੀਂ ਆਪਣਾ ਬੱਚਿਆਂ ਨੂੰ ਸਟਿਲ ਵੀ ਵਾਂਟ ਕਿ ਐਜੂਕੇਸ਼ਨ ਮਿਲ ਰਹੀ ਹੈ ਇੱਥੇ ਆ ਕੇ ਪੜ੍ਹਨ। ਜੀ ਬਿਲਕੁਲ। ਸੋ ਵੀ ਜਨਰਲੀ ਟੈਲ them ਕਿ ਹਾਂ ਵੀ ਤੁਸੀਂ 2 ਜਾਂ 3 ਮਹੀਨੇ ਉੱਥੇ ਪੜ੍ਹ ਲਓ, ਪਰ ਉਸ ਤੋਂ ਜ਼ਿਆਦਾ ਨਹੀਂ, ਬਿਕਾਜ਼ ਐਟ ਦ ਐਂਡ ਆਫ ਦ ਡੇ ਵੀ ਆਰ ਗਿਵਿੰਗ ਕੈਨੇਡੀਅਨ ਐਜੂਕੇਸ਼ਨ। ਸੋ ਕੈਨੇਡੀਅਨ ਐਜੂਕੇਸ਼ਨ ਆਈ ਡੋਂਟ ਫੀਲ ਲਾਈਕ ਕਿ ਤੁਸੀਂ ਜੇ ਆਨਲਾਈਨ ਹੀ ਸਾਰਾ ਪ੍ਰੋਗਰਾਮ ਡਿਲੀਵਰ ਕਰਦੇ ਹੋ, they have to be here to study। ਜਦੋਂ ਕੈਨੇਡਾ ਆ ਕੇ ਪੜ੍ਹਦੇ ਨੇ, they meet the local employers, they go work, they meet friends, they talk to people, that's what the experience change। ਵਰਨ, ਜੇ ਤੁਸੀਂ ਕੋਈ ਟਿਪ ਦੇਣੀ ਹੋਵੇ ਜਦੋਂ ਐਡਮਿਸ਼ਨ ਅਸੀਂ ਕਰਦੇ ਹਾਂ, ਕਈ ਵਾਰੀ ਐਡਮਿਸ਼ਨਸ ਹੁੰਦੀਆਂ ਨੇ, ਬਹੁਤ ਸਾਰੇ ਲੋਕ ਇਹ ਕੰਪਲੇਨ ਕਰਦੇ ਕਿ ਐਡਮਿਸ਼ਨਸ ਹੀ ਨਹੀਂ ਮਿਲ ਰਹੀਆਂ। ਸੋ ਕੋਈ ਉਹਨਾਂ ਨੂੰ ਅਜਿਹੀ ਚੀਜ਼ ਕਿ ਜਿਹੜੀ ਉਹ ਕੀਪ ਕਰਨ ਮਾਈਂਡ ਦੇ ਵਿੱਚ ਜਦੋਂ ਹੀ ਉਹਨਾਂ ਨੇ ਕਿਸੇ ਕਾਲਜ ਦੇ ਨਾਲ, ਖਾਸ ਕਰਕੇ ਪੈਸੀਫਿਕ ਲਿੰਕ ਕਾਲਜ ਦੇ ਨਾਲ ਉਹਨਾਂ ਨੇ ਐਡਮਿਸ਼ਨ ਲੈਣੀ ਹੈ? ਇੰਗਲਿਸ਼ ਰਿਕੁਆਇਰਮੈਂਟਸ ਪਹਿਲੀ ਸਭ ਤੋਂ ਜ਼ਿਆਦਾ ਹਰ ਇੱਕ ਕਾਲਜ ਫੋਕਸ ਕਰਦਾ ਹੈ। ਜਦੋਂ ਆਪਾਂ ਬੱਚੇ ਦੇ
ਆਈ ਮੀਨ ਡਾਕੂਮੈਂਟਸ ਵੈਰੀਫਾਈ ਕਰਦੇ ਹਾਂ। ਇੰਗਲਿਸ਼ ਰਿਕੁਆਇਰਮੈਂਟਸ, ਦੂਸਰੇ ਉਹਨਾਂ ਦੇ ਐਕੈਡੈਮਿਕਸ। ਜੇ ਉਹਨਾਂ ਦੇ ਐਕੈਡੈਮਿਕਸ ਗ੍ਰੇਡ 12 ਜਾਂ ਉਹਨਾਂ ਦੀ ਕੋਈ ਵੀ ਹਾਇਰ ਸਟੱਡੀਜ਼ ਦੇ ਸਕੋਰ ਬਹੁਤ ਵਧੀਆ ਨੇ, ਡੈਫੀਨਿਟਲੀ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੀ ਐਡਮਿਸ਼ਨਸ ਅਪਲਾਈ ਕਰਨੀ ਚਾਹੀਦੀਆਂ। ਜੇ ਸਾਡੇ ਕਾਲਜ ਵੀ ਉਹਨਾਂ ਨੇ ਕਰਨੀ ਹੈ, ਅਗੇਨ ਉਹਨਾਂ ਕੋਲ ਆਇਲਸ ਹੋਣੀ ਚਾਹੀਦੀ ਹੈ ਜਾਂ ਉਹਨਾਂ ਕੋਲ ਇੰਗਲਿਸ਼ ਰਿਕੁਆਇਰਮੈਂਟਸ ਹੋਣੀ ਚਾਹੀਦੀਆਂ, ਜਿਹੜੀਆਂ ਮੈਂ ਪਹਿਲੇ ਵੀ ਦੱਸੀਆਂ ਸੀ। ਉਹ ਜੋ ਮੀਟ ਕਰਦੇ ਪਏ ਨੇ, ਦੇ ਕੈਨ ਅਪਲਾਈ ਐਸ ਸੂਨ ਐਸ ਪੋਸੀਬਲ। ਸਕੋਰ ਕਿੰਨਾ ਕੁ ਹਾਈਐਸਟ ਹੋਣਾ ਚਾਹੀਦਾ ਹੈ ਕਿ ਜਾਂ ਲੋਐਸਟ ਹੋਣਾ ਚਾਹੀਦਾ, ਮਿਨੀਮਮ ਕਿੰਨੀ ਕੁ ਰਿਕੁਆਇਰਮੈਂਟ ਹੈ ਕਾਲਜ ਦੀ? ਡਿਪੈਂਡ ਕਰਦਾ ਕਿਹੜਾ ਪ੍ਰੋਗਰਾਮ ਹੈ। ਜੇ ਤੇ ਉਹਨਾਂ ਦਾ 2 ਸਾਲ ਦਾ ਪ੍ਰੋਗਰਾਮ ਹੈ, ਫਿਰ ਓਵਰਆਲ 6 ਮਿਨੀਮਮ 5.5 ਇਨ ਈਚ ਮੋਡਿਊਲ ਉਹਨਾਂ ਨੂੰ ਚਾਹੀਦੇ ਨੇ। ਜੇ ਉਹ 1 ਸਾਲ ਦੇ ਪ੍ਰੋਗਰਾਮ 'ਚ ਅਪਲਾਈ ਕਰ ਰਹੇ ਆ ਤੇ ਕਈ ਸਾਡੇ ਪ੍ਰੋਗਰਾਮਸ ਵਿੱਚ ਆਪਾਂ 5.5 ਵੀ ਐਕਸੈਪਟ ਕਰਦੇ ਹਾਂ ਜੀ। ਸੋ ਜਿੱਦਾਂ ਆਇਲਸ ਦੀ ਤਾਂ ਇੱਕ ਰਿਕੁਆਇਰਮੈਂਟ ਹੈਗੀ ਹੋਈ ਹੈ ਜਦੋਂ ਵੀ ਤੁਸੀਂ ਆਉਂਦੇ ਆ। ਸੋ ਆਇਲਸ ਤੋਂ ਬਿਨਾ ਹੁਣ ਕਈ ਫ੍ਰੈਂਕੋਫੋਨੀ ਦੀ ਰਿਕੁਆਇਰਮੈਂਟਸ ਹੁੰਦੀ ਹੈ ਜਾਂ ਡਿਫਰੈਂਟ ਰਿਕੁਆਇਰਮੈਂਟਸ ਹੁੰਦੀਆਂ ਨੇ। ਸੋ ਹੋਰ ਕਿਹੜੀਆਂ ਰਿਕੁਆਇਰਮੈਂਟਸ ਤੁਸੀਂ ਐਡ ਕਰਦੇ? PTE ਦੀ ਰਿਕੁਆਇਰਮੈਂਟ ਉਹ ਮੀਟ ਕਰ ਸਕਦੇ ਨੇ। PTE ਇੱਕ ਵਨ ਆਫ ਦਾ ਟੈਸਟ ਆ, ਕਾਫੀ ਬੱਚਿਆਂ ਨੂੰ ਪਤਾ ਹੈ। ਡੂਓਲਿੰਗੋ, ਡੈਫੀਨਿਟਲੀ ਡੂਓਲਿੰਗੋ ਦੇ ਥਰੂ ਵੀ ਸਾਡੇ ਕੋਲ ਅਪਲਾਈ ਕਰ ਸਕਦੇ ਨੇ। ਟੋਫਲ ਵੀ ਆਪਾਂ ਅਕਸੈਪਟ ਕਰਦੇ ਹਾਂ। ਉਸ ਤੋਂ ਇਲਾਵਾ ਜੇ ਫਿਰ ਵੀ ਉਹਨਾਂ ਕੋਲ ਕੁਝ ਨਹੀਂ ਹੈਗਾ, ਉਹ ਸਾਡੇ ਕਾਲਜ ਦਾ ਵੀ ਇੱਕ ਐਂਟਰੈਂਸ ਟੈਸਟ ਹੈ, ਉਹ ਵੀ ਕੰਪਲੀਟ ਕਰਕੇ ਉਹ ਰਿਕੁਆਇਰਮੈਂਟਸ ਪੂਰੀ ਕਰ ਸਕਦੇ ਨੇ। ਸੋ ਤੁਸੀਂ ਪ੍ਰੋਗਰਾਮ ਦੱਸਿਆ ਕਿ ਡਿਜ਼ਾਈਨ ਡਿਫਰੈਂਟ ਤਰੀਕੇ ਦੇ ਨਾਲ ਕੀਤੇ ਹੋਏ ਆ। ਸੋ ਡਿਜ਼ਾਈਨ ਕਰਦੇ ਆ ਜਦੋਂ ਹੁਣ ਤੁਸੀਂ ਨਵੇਂ ਪ੍ਰੋਗਰਾਮ ਵੀ ਕੋਈ ਡਿਜ਼ਾਈਨ ਕਰ ਰਹੇ ਹੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵੇਂ ਪ੍ਰੋਗਰਾਮ ਵੀ ਆ ਰਹੇ ਆ? ਬਿਲਕੁਲ। ਇੱਕ ਤਾਂ ਮੈਂ ਦੱਸਿਆ ਕਿ ਰੈਸਟੋਰੈਂਟ ਮੈਨੇਜਮੈਂਟ ਪ੍ਰੋਗਰਾਮ ਹੈ ਸਾਡਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਰੈਸਟੋਰੈਂਟ ਇੰਡਸਟਰੀ ਨੂੰ ਬਹੁਤ ਸਾਰੇ ਵਰਕਰ ਚਾਹੀਦੇ ਨੇ ਐਂਡ ਦੇ ਆਰ ਪੇਇੰਗ ਲਾਈਕ ਪਿੱਛੇ ਜੇ ਇੱਕ ਨਿਊਜ਼ ਆਈ ਸੀ ਕਿ ਡਿਸ਼ਵਾਸ਼ਰ ਨੂੰ 100,000 ਦੇ ਵਰ ਪੇਇੰਗ ਲਾਈਕ ਹਿਊਜ ਅਮਾਊਂਟ ਲਾਈਕ $50 ਐਨ ਆਵਰ, ਕਿਉਂਕਿ ਰੈਸਟੋਰੈਂਟਸ ਨੂੰ ਰਾਈਟ ਨਾਓ ਵਰਕਰਸ ਚਾਹੀਦੇ ਨੇ ਪਰ ਉਹਨਾਂ ਨੂੰ ਮਿਲ ਨਹੀਂ ਰਹੇ, ਰਾਈਟ? ਐਂਡ ਰੈਸਟੋਰੈਂਟ ਇੰਡਸਟਰੀ ਇਜ਼ ਹਿਊਜ। ਸੋ ਉਹਨਾਂ ਨੂੰ ਦੇਖਦੇ ਹੋਏ ਵੀ ਪਾਰਟਨਰਡ ਵਿਦ ਸਮ ਆਫ ਦ ਰੈਸਟੋਰੈਂਟਸ and we created the program in a way ਕਿ ਉਸ program ਵਿੱਚ students they will learn about ਕਿ inventory ਕਿੱਦਾਂ ਕਰਨੀ ਹੈ, ਕੋਈ ਟੇਬਲ ਆਇਆ ਹੈ ਉਹਦੀ ਵਾਈਨ ਪੇਅਰਿੰਗ ਕਿੱਦਾਂ ਕਰਨੀ ਹੈ। ਜੇ ਕੋਈ ਫॉर ਐਗਜ਼ਾਮਪਲ ਬਿਊਰੋਕਰੈਟਸ ਉਹਨਾਂ ਦੇ ਰੈਸਟੋਰੈਂਟ ਬੁਕਿੰਗ ਕਰਾਉਂਦਾ ਹੈ, ਜੇ ਕੋਈ ਫੈਮਿਲੀ ਬੁਕਿੰਗ ਕਰਾਉਂਦਾ ਹੈ, ਜੇ ਕੋਈ ਗਰਲਫ੍ਰੈਂਡ ਬॉयਫ੍ਰੈਂਡ ਬੁਕਿੰਗ ਕਰਾਉਂਦੇ ਨੇ, ਉਹਨਾਂ ਨੂੰ ਕਿੱਥੇ ਪਲੇਸ ਕਰਨਾ ਹੈ, ਕਿਹੜੀ ਉਹਨਾਂ ਨੂੰ ਫੂਡ ਸੁਜੈਸਟ ਕਰਨਾ ਹੈ, ਕਿਹੜਾ ਵਾਈਨ ਸੁਜੈਸਟ ਕਰਨੀ ਹੈ, ਪਲੱਸ ਮੋਰ ਓਵਰ ਲਾਈਕ ਈਵਨ ਕਿ ਰੈਸਟੋਰੈਂਟ ਮੈਨੇਜ ਕਿੱਦਾਂ ਕਰਨਾ ਹੈ, ਕਿ ਕਿੰਨੇ EMPLOYEES ਹਾਇਰਿੰਗ ਐਂਡ ਆਲ ਦੈਟ ਸਟਫ। ਸੋ ਅਸੀਂ ਉਹਨਾਂ ਨਾਲ ਪਾਰਟਨਰ ਕਰਕੇ ਵੀ ਕ੍ਰੀਏਟਡ ਡਿਫਰੈਂਟ ਪ੍ਰੋਗਰਾਮਸ ਕਿ ਬੱਚਾ ਕਰਨ ਤੋਂ ਬਾਅਦ ਕਿਸੇ ਵੀ ਰੈਸਟੋਰੈਂਟ ਜਾਂ ਹੋਟਲ ਇੰਡਸਟਰੀ 'ਚ ਕਿਤੇ ਵੀ ਕਿਸੇ ਵੀ ਜੌਬ ਲਈ ਉਹ ਰੈਡੀ ਹੈ। ਸੋ ਇਹ ਨਹੀਂ ਕਿ ਸਿਰਫ ਇੱਕ ਪ੍ਰੋਗਰਾਮ ਦੇ ਲਈ ਤੁਸੀਂ ਆਲ ਓਵਰ ਜਿਹੜਾ ਬੱਚੇ ਨੂੰ ਜਿਹੜਾ ਉਹ ਬਣਾਉਂਦੇ ਹੋ ਕਿ ਉਹ ਇੱਕ ਟਾਈਮ ਦੇ ਉੱਤੇ ਜਾ ਕੇ ਇਹ ਨਾ ਸੋਚੇ ਕਿ ਮੈਂ ਇੱਕ ਜੌਬ ਦੇ ਲਈ ਹੀ ਬਣਿਆ ਹਾਂ, ਮੈਂ ਰੈਸਟੋਰੈਂਟ ਓਨ ਵੀ ਕਰ ਸਕਦਾ ਇੱਕ ਟਾਈਮ ਦੇ ਉੱਤੇ। ਨਾਟ ਓਨਲੀ ਆਪਾਂ ਐਗਜ਼ਾਮਪਲ ਰੱਖੀਏ ਰੈਸਟੋਰੈਂਟ ਦੀ, ਆਲ ਓਵਰ ਦਾ ਪਲੇਸ ਤੁਸੀਂ ਕਿਤੇ ਵੀ ਜਾ ਸਕਦੇ। ਦੈਟਸ ਅ ਰੀਅਲੀ ਗੁੱਡ ਪੁਆਇੰਟ। ਐਕਚੁਅਲੀ ਸਾਡੇ ਕੋਲ ਕਾਫੀ ਸਾਰੇ ਬੱਚੇ, ਅਸੀਂ ਆਲਰੇਡੀ ਪ੍ਰੋਗਰਾਮ ਜਿਹੜਾ ਹੈ ਉਹ ਕੈਨੇਡੀਅਨ ਸਿਟੀਜ਼ਨਸ ਲਈ ਸ਼ੁਰੂ ਕਰਤਾ ਹੋਇਆ। ਓਕੇ। ਸੋ ਕੈਨੇਡੀਅਨ ਸਿਟੀਜ਼ਨ ਜਿਹੜਾ ਪਹਿਲਾ ਬੈਚ ਹੈ, they came and out of I think 25 students who started, 18 of them wants to start their own business. So ਅਸੀਂ ਉਹਨਾਂ ਨੂੰ ਉਹ ਵੀ ਦੱਸਦੇ ਹਾਂ ਕਿ ਤੁਸੀਂ ਬਿਜ਼ਨਸ ਕਿੱਦਾਂ ਸ਼ੁਰੂ ਕਰਨਾ ਹੈ, ਰਾਈਟ? ਖਾਲੀ ਇਹ ਨਹੀਂ ਕਿ ਕਿਸੇ ਲਈ ਕੰਮ ਕਰਨ ਲਈ ਤੁਸੀਂ ਕਿੱਦਾਂ ਕਰੋਗੇ, ਬਟ ਈਵਨ ਇਫ ਫਰੋਮ ਲਾਈਕ hiring a lawyer, you know, registering your name and opening up, getting a license, we help them with like our teachers teach them everything, so they are ready to open their business or help someone open their business. What about the teachers? ਕਿਉਂਕਿ ਜਦੋਂ ਟੀਚਰਸ ਨੂੰ ਤੁਸੀਂ ਨਵਾਂ ਪ੍ਰੋਗਰਾਮ ਡਿਜ਼ਾਈਨ ਕਰਦੇ ਆ ਤੇ ਉਹ ਟੀਚਰਸ ਨੂੰ ਵੀ ਇਨਵੋਲਵ ਕਰਦੇ ਆ, ਸੋ ਕਿਸ ਤਰ੍ਹਾਂ ਦੇ ਨਾਲ ਉਸ ਤਰ੍ਹਾਂ ਦਾ ਟੀਚਰ ਹਾਇਰ ਕਰਦੇ ਆ? ਸੋ ਵਾਸ ਦ ਪ੍ਰੋਸੈਸ? ਸੋ ਹਰ ਪ੍ਰੋਗਰਾਮ ਲਈ ਇੱਕ they call it a specialized SEM, so special education। ਉਹ ਸਪੈਸ਼ਲ ਐਜੂਕੇਸ਼ਨ ਮਾਸਟਰ ਲਈ ਕੀ ਹੁੰਦਾ ਹੈ ਕਿ ਦੇ ਸ਼ੁੱਡ ਹੈਵ ਅ ਮਿਨੀਮਮ 10 years of experience directly in that industry, ਪਲੱਸ ਉਹਨਾਂ ਦਾ ਜਿਹੜਾ ਬੈਕਗਰਾਊਂਡ ਐਜੂਕੇਸ਼ਨ ਬੈਕਗਰਾਊਂਡ ਵੀ ਸੇਮ ਇੰਡਸਟਰੀ ਦਾ ਹੋਣਾ ਚਾਹੀਦਾ ਹੈ। ਸੋ ਆਰ ਟੀਚਰ ਫॉर restaurant has about 25 years of experience in resort management, cruise management and the hotel industry. Actually they have helped open up some of the hotels in Vancouver. Oh, very nice. So ਇਹ ਹੈ ਕਿ ਇੱਕ ਸਟੂਡੈਂਟਸ ਦੇ ਥਰੂ ਤੁਸੀਂ ਉਹਨਾਂ ਨੂੰ ਅਲੱਗ-ਅਲੱਗ ਜੌਬਸ ਦਾ, ਅਲੱਗ-ਅਲੱਗ ਵਰਕ ਪਲੇਸ ਦਾ ਜਿਹੜਾ ਐਕਸਪੀਰੀਅੰਸ ਆ ਉਹ ਜਿਹੜਾ ਮਿਲ ਜਾਂਦਾ ਹੈ, ਕਿਉਂਕਿ ਇੱਕ ਪ੍ਰੈਕਟੀਕਲ ਨੌਲੇਜ ਦੀ ਜਿਹੜੀ ਘਾਟ ਹੁੰਦੀ ਹੈ ਨਾ ਕਈ ਵਾਰੀ ਸਿਸਟਮ ਦੇ ਵਿੱਚ, ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਫੀਲ ਕਰਦੇ ਹਾਂ, ਪਰ ਉਹ ਇੱਥੇ ਨਹੀਂ। ਉਹ ਸਭ ਕੁਝ ਤੁਸੀਂ ਪੂਰਾ ਕਰਕੇ ਉਹਨਾਂ ਨੂੰ ਜਿਹੜਾ ਉਹ ਦਿੱਤਾ ਜਾਂਦਾ ਹੈ। ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਨੇ ਉਹਨਾਂ ਨੂੰ ਸਿਸਟਮ ਦਾ ਪਹਿਲਾਂ ਨਹੀਂ ਪਤਾ ਹੁੰਦਾ ਹੈਗਾ ਕਿ ਕਿਸ ਤਰ੍ਹਾਂ ਦਾ ਸਿਸਟਮ ਹੈ ਵਰਕ ਕਰਦਾ, ਕਿਉਂਕਿ ਡਿਫਰੈਂਟ ਸਿਸਟਮ ਤੋਂ ਆਏ ਹੁੰਦੇ ਆ ਤੇ ਹੁਣ ਉਹਨਾਂ ਨੇ ਡਿਫਰੈਂਟ ਸਿਸਟਮ ਦੇ ਵਿੱਚ ਐਡਜਸਟ ਕਰਨਾ। ਉਹਨਾਂ ਦੇ ਲਈ ਡਿਫਰੈਂਟ ਸਿਸਟਮ, ਡਿਫਰੈਂਟ ਟੀਚਰ, ਡਿਫਰੈਂਟ এনवायरमेंट, ਡਿਫਰੈਂਟ ਸਟੂਡੈਂਟ, ਸਭ ਕੁਝ ਡਿਫਰੈਂਟ ਹੁੰਦਾ ਹੈ। ਸੋ ਉਹਨਾਂ ਦੇ ਲਈ ਤੁਹਾਨੂੰ ਉਹਨਾਂ ਨੂੰ ਈਜ਼ੀ ਕਰਨ ਦੇ ਲਈ ਤੁਹਾਡੇ ਕੋਲੇ ਸਾਰੇ ਟੂਲਸ ਹੈਗੇ ਆ, ਪੂਰੀ ਟੂਲ ਕਿਟ ਹੈਗੀ ਹੈ। ਜਿਵੇਂ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ ਕਿ ਸਭ ਤੋਂ ਜਿਹੜਾ ਵੱਡਾ ਚੈਲੰਜ ਹੈ ਕਿਸੇ ਵੀ ਸਟੂਡੈਂਟ ਲਈ, ਚਾਹੇ ਉਹ ਇੰਟਰਨੈਸ਼ਨਲ ਹੈ ਚਾਹੇ ਉਹ ਕੈਨੇਡੀਅਨ ਸਿਟੀਜ਼ਨ ਹੈ, ਹਾਊ ਡੂ ਆਈ ਗੈਟ ਅ ਜੌਬ?
ਅਸੀਂ ਕਾਫੀ ਵਾਰੀ ਸਟੂਡੈਂਟਸ ਨੂੰ ਕਹਿ ਦਿੰਦੇ ਹਾਂ ਕਿ ਹਾਂ ਵੀ ਬੱਚੇ ਆ ਰਹੇ ਨੇ ਹਨਾ ਵਾਈ ਵੀ ਡੂ ਇਟ ਬਿਕਾਜ਼ ਫਰਮ ਟੀਨੇਜ ਇਟਸ ਅ ਟਾਈਮ ਟੂ ਐਕਚੁਅਲੀ ਟ੍ਰਾਂਸਫਰ ਟੂ ਅ ਪ੍ਰੋਫੈਸ਼ਨਲ Yes. ਸੋ ਐਵਰੀਬਡੀ ਥਿੰਕਸ ਕਿ ਤੁਸੀਂ ਸਕੂਲ ਜਾਓਗੇ ਕੋਈ ਮਸ਼ੀਨ ਹੈ ਜਾਂਦੇ ਹੀ ਪ੍ਰੋਫੈਸ਼ਨਲ ਬਣ ਜਾਏਗਾ ਕੋਈ ਇਟ ਡਜ਼ਨਟ ਹੈਪਨ ਲਾਈਕ ਦੈਟ ਬਟ ਹਾਊ ਵੀ ਰਿਅਲਾਈਜ਼ ਕਿ ਜਿਹੜੀ ਚੀਜ਼ ਇੰਪੋਰਟੈਂਟ ਹੈ ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ from the time they land, we have partnered up with mostly there are big companies across Canada and their franchises ne we have partnered. So bacha jado aanda hai aande saar hi o student within 15 days we get them interview and we place them for 20 hours. So बच्चे ਨੂੰ ਵੀ ਟੈਨਸ਼ਨ ਨਹੀਂ ਹੈ ਕਿ ਮੈਨੂੰ ਆ ਕੇ ਆਪਣਾ ਕੰਮ ਆਪ ਲੱਭਣਾ ਪਏਗਾ. And after they finish 1 year, second year there's 1 year they have to work co-op full time. So what we do is at that time we place them, we guarantee that placement. And how do we guarantee? We have partnered up with so many industry partners and so many companies that most of them get placed like within the first 6 months when they are actually studying with us. So Pacific Link College ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਸੋ ਸਟਾਰਟ ਤੋਂ ਲੈ ਕੇ ਐਂਡ ਤੱਕ ਹਰ ਤਰ੍ਹਾਂ ਦੀ ਜਿਹੜੀ ਹੈਲਪ ਉਹ ਕੀਤੀ ਜਾਂਦੀ ਹੈ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਇੱਥੇ ਸਿਟੀਜ਼ਨ ਹੈਗੇ ਨੇ ਜਿਹੜੇ ਇੱਥੇ ਦੇ ਲੋਕ ਨੇ ਉਹ ਵੀ ਜਿਹੜੇ ਨੇ ਉਹ ਪ੍ਰੋਗਰਾਮ ਜਿਹੜਾ ਕਰ ਸਕਦੇ ਨੇ ਉਹਨਾਂ ਦੇ ਲਈ ਕਿਹੜੀ ਨੌਲੇਜ ਆ ਉਹ ਕਿਸ ਤਰ੍ਹਾਂ ਐਡਮਿਸ਼ਨ ਲੈ ਸਕਦੇ ਆ ਉਹਨਾਂ ਦੀਆਂ ਕਿਹੜੀਆਂ ਰਿਕੁਆਇਰਮੈਂਟਸ ਨੇ ਕੀ ਉਹਨਾਂ ਨੂੰ ਵੀ ਆਇਲਸ ਰਿਕੁਆਇਰਮੈਂਟਸ ਹੈਗੀਆਂ ਨੇ ਜੇ ਉਹਨਾਂ ਨੇ ਕੋਈ ਪ੍ਰੋਗਰਾਮ ਲੈਣਾ ਅੱਗੇ ਨਹੀਂ ਉਹਨਾਂ ਨੂੰ ਨਹੀਂ ਆਇਲਸ ਰਿਕੁਆਇਰਮੈਂਟ ਹੈਗੀ ਬਟ ਅਗੇਨ ਕਈ ਪ੍ਰੋਗਰਾਮ ਹੋ ਸਕਦੇ ਆ ਜਿਹੜੇ ਆਈ ਮੀਨ ਹੈਗੇ ਆ ਜਿਹੜੇ ਚਾਈਲਡ ਕੇਅਰ ਜਿਵੇਂ ਹੋ ਗਿਆ ਉਹਦੇ ਵਿੱਚ ਉਹਨਾਂ ਨੂੰ ਆਇਲਸ ਰਿਕੁਆਇਰਮੈਂਟ ਮੀਟ ਕਰਨੀਆਂ ਪੈਂਦੀਆਂ ਬਟ ਕਾਫੀ ਇਹੋ ਜਿਹੇ ਇੱਥੇ ਲੋਕਲ ਸਿਟੀਜ਼ਨ ਨੇ ਜਿਨ੍ਹਾਂ ਨੇ ਗ੍ਰੇਟ ਵਾਲ ਇੱਥੋਂ ਹੀ ਕੀਤੀ ਹੋਈ ਹੈ ਸੋ ਉਹਨਾਂ ਦੀ ਆਲਰੇਡੀ ਇੰਗਲਿਸ਼ ਆਪਾਂ ਅਸੈਪਟ ਕਰ ਲੈਂਦੇ ਹਾਂ ਸੋ ਉਹਨਾਂ ਨੂੰ ਕਿਸੇ ਹੋਰ ਮੀਡੀਅਮ ਥਰੂ ਇੰਗਲਿਸ਼ ਰਿਕੁਆਇਰਮੈਂਟਸ ਮੀਟ ਕਰਨ ਦੀ ਲੋੜ ਨਹੀਂ ਹੈਗੀ ਅੱਛਾ ਹੁਣ ਇੱਥੋਂ ਮੈਨੂੰ ਇਹ ਵੀ ਆਇਆ ਕਿ ਹੁਣ ਜਿਹੜੇ ਇੱਥੇ ਪੀਆਰ ਬੇਸ ਦੇ ਉੱਤੇ ਇੱਥੇ ਆਉਂਦੇ ਹੈਗੇ ਆ ਉਹਨਾਂ ਦੇ ਕੋਲੇ ਸਕੂਲ ਵੀ ਹੈ ਨਹੀਂ ਉਹਨਾਂ ਕੋਲ ਬੈਕ ਹੋਮ ਦੀ ਰਿਕੁਆਇਰਮੈਂਟ ਸਿਰਫ ਟ੍ਰਾਂਸਕ੍ਰਿਪਟਸ ਹੈਗੀਆਂ ਨੇ ਸੋ ਉਹਨਾਂ ਦੇ ਬੇਸ ਦੇ ਉੱਤੇ ਵੀ ਐਡਮਿਸ਼ਨ ਲਈ ਜਾ ਸਕਦੀ ਹੈ ਲਈ ਜਾ ਸਕਦੀ ਹੈ ਡੈਫੀਨਿਟਲੀ ਲਈ ਜਾ ਸਕਦੀ ਹੈ ਉਹ ਅਗੇਨ ਸਾਡਾ ਇੰਗਲਿਸ਼ ਟੈਸਟ ਜਿਹੜਾ ਆਨਲਾਈਨ ਹੈ ਜੋ ਕਿ ਫ੍ਰੀ ਆਫ ਕਾਸਟ ਹੈ ਉਹਦੇ ਥਰੂ ਆਪਣਾ ਅਸੈਸ ਕਰਕੇ ਇੰਗਲਿਸ਼ ਉਹਨਾਂ ਦੀ ਤਾਂ ਆਪਾਂ ਡੈਫੀਨਿਟਲੀ ਉਹਨਾਂ ਨੂੰ ਐਡਮਿਸ਼ਨ ਦੇ ਸਕਦੇ ਹਾਂ ਸਿੰਪਲ ਪ੍ਰੋਸੈਸ ਆਨਲਾਈਨ ਵੀ ਦੇ ਸਕਦੇ ਨੇ ਜਾਂ ਉਹ ਕੈਂਪਸ ਆ ਕੇ ਦੇ ਕੈਨ ਮੀਟ ਐਡਮਿਸ਼ਨਸ ਟੀਮ ਐਂਡ ਵੀ ਹੈਵ ਅ ਸੈਪਰੇਟ ਲੈਬ ਦੇ ਕੈਨ ਗਿਵ ਦ ਟੈਸਟ ਦੇਅਰ ਐਂਡ ਸਾਰਿਆਂ ਦੀਆਂ ਅਲੱਗ-ਅਲੱਗ ਰਿਕੁਆਇਰਮੈਂਟਸ ਹੋਣਗੀਆਂ ਅਲੱਗ-ਅਲੱਗ ਉਹਨਾਂ ਦੇ ਕੁਐਸਚਨਸ ਹੋਣਗੇ ਤੇ ਤੁਹਾਡੇ ਲਈ ਜੇ ਉਹਨਾਂ ਨੇ ਉੱਥੇ ਮਿਲਣਾ ਹੋਵੇ ਤਾਂ ਸੈਟਅਪ ਪਹਿਲਾਂ ਇੰਟਰਵਿਊ ਕਰਨੀ ਪੈਣੀ ਹੈ ਉਹਨਾਂ ਨੂੰ ਅਪਾਇੰਟਮੈਂਟ ਸੈਟਅਪ ਕਰਨੀ ਪੈਣੀ ਹੈ ਦੇ ਕੈਨ ਗਿਵ ਅ ਕਾਲ ਔਰ ਦੇ ਕੈਨ ਰਾਈਟ ਇਟ ਟੂ ਯੂ they can call admissions team. They can call us at 604-440-4673 or they can call at 604-720-1789. On top of that, ਕਦੇ ਵੀ ਉਹ campus visit ਸਾਡੇ ਦੋ campus ਨੇ ਬਰਨਬੀ ਤੇ ਸਰੀ ਵਾਲਾ ਗਿਲਫਰਡ ਮਾਲ ਦੇ ਬਿਲਕੁਲ ਸਾਹਮਣੇ ਹੈ ਜੀ ਬਰਨਬੀ ਵਾਲਾ ਮੈਟਰੋਟਾਊਨ ਮਾਲ ਦੇ ਬਿਲਕੁਲ ਸਾਹਮਣੇ ਹੈ ਜੀ ਸੋ ਕਦੇ ਵੀ campus ਆ ਸਕਦੇ ਨੇ ਜੇ ਕੋਈ ਓਵਰਸੀਜ਼ ਹੈ ਕਾਫੀ ਸਾਰੇ ਇੱਥੇ ਜਿਹੜੇ ਸੁਣਨ ਵਾਲੇ ਆਡੀਅנס ਹੋਣਗੇ ਉਹਨਾਂ ਦੇ ਕੋਈ ਨਾ ਕੋਈ ਇੰਡੀਆ ਰਹਿੰਦਾ ਹੈ ਜਾਂ ਕਿਸੇ ਹੋਰ ਕੰਟਰੀ ਰਹਿੰਦੇ ਨੇ ਜਿਨ੍ਹਾਂ ਨੇ ਆਉਣਾ ਚਾਹੁੰਦੇ ਨੇ ਇੱਥੇ ਸੋ ਜੇ ਕਿਸੇ ਨੇ ਵੀ ਆਉਣਾ ਹੈ ਉਹ ਡੈਫੀਨੇਟਲੀ ਸਾਨੂੰ ਰੀਚ ਆਊਟ ਕਰ ਸਕਦੇ ਨੇ ਸਾਡੇ ਜਿਹੜੇ ਰੈਪਰੈਜ਼ੈਂਟੇਟਿਵ ਡਾਇਰੈਕਟ ਸਟਾਫ ਹੈ ਉਹ 16 ਡਿਫਰੈਂਟ ਕੰਟਰੀਜ਼ ਤੋਂ ਨੇ ਵਿਦ ਇਨ ਇੰਡੀਆ ਵੀ ਹੈਵ ਅਬਾਊਟ 4 ਸਟਾਫ ਓਕੇ then we have it in Vietnam, Philippines, China, Dubai, in Morocco, in Africa, in Europe. So ਕਿਤੋਂ ਵੀ ਜੇ ਕਿਸੇ ਦਾ ਵੀ ਕੋਈ ਵੀ ਆਪਣੇ friend, relatives ਜਾਂ ਕੋਈ niece, nephew, anybody ਕਿਸੇ ਨੂੰ ਵੀ ਬੁਲਾਉਣਾ ਚਾਹੁੰਦੇ ਨੇ they can reach out to us. We can give them their numbers and then they will help them out with everything. So ਤੁਹਾਨੂੰ ਕਿਸੇ ਵੀ ਜਿਸ ਤਰ੍ਹਾਂ you were mentioning earlier ਕਿ ਹਾਂ ਵੀ ਕਿਸੇ ਵੀ ਜਗ੍ਹਾ ਜਾ ਕੇ ਭਟਕਣ ਦੀ ਲੋੜ ਨਹੀਂ ਹੈ. We have a direct staff who will help them out. You have right place and under one roof you will have all the ਕਹਿ ਸਕਦੇ ਹਾਂ ਕਿ ਸਾਰੇ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈਗੇ ਸੋ ਵਰੁਣ ਕੀ ਮੈਸੇਜ ਆ ਤੁਹਾਡਾ ਐਂਡ ਦੇ ਉੱਤੇ ਸਾਰੇ ਵਿਊਅਰਸ ਨੂੰ ਜਿਹੜੇ ਦੇਖ ਰਹੇ ਨੇ ਜਿਹੜੇ ਚਾਹੁੰਦੇ ਨੇ ਉਹ ਕੈਨੇਡਾ ਆ ਕੇ ਪੜ੍ਹਨ ਤੇ ਜਾਂ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਨੂੰ ਵਧੀਆ ਜੌਬ ਮਿਲ ਜਾਵੇ ਜਿਹੜੇ ਇੱਥੇ ਰਹਿੰਦੇ ਨੇ ਕੀ ਮੈਸੇਜ ਆ ਉਹਨਾਂ ਦੇ ਉਹਨਾਂ ਵਾਸਤੇ ਮੇਰਾ ਇਹੀ ਮੈਸੇਜ ਹੈ ਕਿ ਜੇ ਤੁਸੀਂ ਆਲਰੇਡੀ ਕੈਨੇਡਾ ਵਿੱਚ ਹੋ ਇੰਟਰਨੈਸ਼ਨਲ ਸਟੂਡੈਂਟ ਆਉਣਾ ਚਾਹੁੰਦੇ ਹੋ ਜਾਂ ਕਾਲਜ ਜਾਂ ਤੁਹਾਡਾ ਕੋਈ ਰਿਲੇਟਿਵ ਜਾਂ ਰਿਸ਼ਤੇਦਾਰ ਹੈ ਜਿਹੜਾ ਕੈਨੇਡਾ ਆਉਣਾ ਚਾਹੁੰਦਾ ਇੰਡੀਆ ਤੋਂ ਜਾਂ ਓਵਰਸੀਜ਼ ਕਿਸੇ ਵੀ ਕੰਟਰੀਜ਼ ਤੋਂ ਡੈਫੀਨਿਟਲੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਪਲਾਈ ਕਰਨਾ ਚਾਹੀਦਾ ਪੈਸੀਫਿਕ ਲਿੰਕ ਕਾਲਜ 'ਤੇ ਉਹ ਸਾਨੂੰ ਕਾਲ ਦੇ ਰਾਹੀਂ ਵੀ ਰੀਚ ਕਰ ਸਕਦੇ ਆ ਉਹ ਸਾਨੂੰ ਈਮੇਲ ਰਾਹੀਂ ਵੀ ਰੀਚ ਕਰ ਸਕਦੇ ਆ info@plband.com 'ਤੇ ਉਹ ਸਾਨੂੰ ਕੈਂਪਸ ਆ ਕੇ ਵਿਜ਼ਿਟ ਕਰ ਸਕਦੇ ਆ ਔਰ ਸਾਨੂੰ WhatsApp 'ਤੇ ਵੀ ਰੀਚ ਕਰ ਸਕਦੇ ਆ ਸੋ ਦੇ ਆਰ ਲੋਟ ਆਫ ਵੇਜ਼ ਟੂ ਰੀਚ ਅਸ ਸੋ ਜਲਦੀ ਤੋਂ ਜਲਦੀ ਆਪਣੀ ਐਡਮਿਸ਼ਨ ਅਪਲਾਈ ਕਰੋ ਕਿਉਂਕਿ ਸਾਡੇ ਕੋਲ ਹਰ ਮੰਥ ਐਡਮਿਸ਼ਨਸ ਹੈਗੀਆਂ ਸੋ ਕਿਸੇ ਵੀ ਮੰਥ ਆ ਕੇ ਕਦੀ ਵੀ ਅਪਲਾਈ ਕਰ ਸਕਦੇ ਨੇ ਐਂਡ ਤਰੁਣ ਤੁਸੀਂ ਕੀ ਕਹੋਗੇ I would tell everybody ਕਿ ਕੈਨੇਡਾ ਆਉਣ ਦਾ ਸਭ ਤੋਂ ਇਸ ਤੋਂ ਜ਼ਿਆਦਾ ਬੈਟਰ ਟਾਈਮ ਹੋਰ ਕੋਈ ਨਹੀਂ ਹੋ ਸਕਦਾ ਰੀਜ਼ਨ ਬੀਇੰਗ ਕਿ ਜਿੰਨੀਆਂ ਜੌਬਸ ਇਸ ਟਾਈਮ ਕੈਨੇਡਾ 'ਚ ਅਵੇਲੇਬਲ ਨੇ ਕੋਈ ਵੀ ਜੇ ਆਉਂਦਾ ਹੈ ਉਹਦੇ ਲਈ ਬਹੁਤ ਸਾਰੀਆਂ ਜੌਬਸ ਅਵੇਲੇਬਲ ਨੇ ਐਂਡ ਦਿਸ ਇਜ਼ ਦ ਬੈਸਟ ਟਾਈਮ ਟੂ ਕਮ ਟੂ ਕੈਨੇਡਾ ਸੋ ਅਪਲਾਈ ਐਜ਼ ਸੂਨ ਪੋਸੀਬਲ
and Canada is waiting for everyone. ਥੈਂਕ ਯੂ ਸੋ ਮਚ ਤਰੁਣ ਐਂਡ ਵਰੁਣ, you so ਤੁਸੀਂ much. ਦੋਨਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ, ਪਰ ਹੁਣ ਨੈਕਸਟ ਟਾਈਮ ਅਸੀਂ ਹੋਪ ਕਰਦੇ ਹਾਂ ਕਿ ਤੁਹਾਡੇ ਨਾਲ ਪਾਰਟਿਕੂਲਰ ਪ੍ਰੋਗਰਾਮਸ ਦੇ ਉੱਤੇ ਗੱਲਬਾਤ ਕੀਤੀ ਜਾਵੇ, ਪਰ ਅੱਜ ਦੇ ਲਈ ਇੰਨੀ ਸਾਰੀ ਇਨਫੋਰਮੇਸ਼ਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। Thank you so much. Thank you. Yeah. ਸੋ ਤਰੁਣ ਖੁੱਲਰ ਐਂਡ ਵਰੁਣ ਕੁਮਾਰ ਦੋਨੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ ਪੈਸੀਫਿਕ ਲਿੰਕ ਕਾਲਜ। ਸਾਰੀਆਂ ਡਿਟੇਲਸ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ, ਤੁਸੀਂ ਇਹਨਾਂ ਨੂੰ ਈਮੇਲ ਕਰ ਸਕਦੇ ਆ, ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਆ, ਇਹਨਾਂ ਤੱਕ ਰੀਚ ਕਰ ਸਕਦੇ ਆ, ਤਾਂ ਕਿ ਤੁਸੀਂ ਆਪਣੇ ਲਈ ਰਾਈਟ ਪ੍ਰੋਗਰਾਮ ਚੂਜ਼ ਕਰ ਸਕੋ, ਆਪਣੇ ਫਿਊਚਰ ਦੇ ਲਈ ਰਾਈਟ ਪ੍ਰੋਗਰਾਮ ਚੂਜ਼ ਕਰ ਸਕੋ ਤੇ ਜੌਬ ਕਰ ਸਕੋ ਜਿਹੜੀ ਤੁਹਾਡੀ ਡ੍ਰੀਮ ਜੌਬ ਹੈਗੀ ਹੈ। ਪਰ ਜੌਬ ਦੇ ਲਈ ਤੁਹਾਨੂੰ ਰਿਕੁਆਇਰਮੈਂਟਸ ਕਿਹੜੀਆਂ ਨੇ, ਪ੍ਰੋਗਰਾਮ ਕਰਨੇ ਪੈਣੇ ਨੇ, ਉਹ ਪ੍ਰੋਗਰਾਮ ਤੁਹਾਨੂੰ ਪੈਸੀਫਿਕ ਲਿੰਕ ਕਾਲਜ ਕਰਵਾ ਸਕਦਾ ਹੈ। ਸੋ ਤੁਸੀਂ ਇਹਨਾਂ ਦੇ 2 ਲੋਕੇਸ਼ਨਸ ਹੈਗੀਆਂ ਨੇ ਜਿਹੜੀਆਂ ਅਸੀਂ BC ਦੇ ਵਿੱਚ ਕਹੀ। BC ਦੇ ਵਿੱਚ ਤੁਸੀਂ ਗਿਲਫੋਰਡ ਵਾਲੀ ਲੋਕੇਸ਼ਨ ਤੇ ਵੀ ਰੀਚ ਕਰ ਸਕਦੇ ਆ, ਮੈਟਰੋ ਟਾਊਨ ਵਾਲੀ ਲੋਕੇਸ਼ਨ ਤੇ ਵੀ ਰੀਚ ਕਰ ਸਕਦੇ ਆ, ਤੇ ਹੋਰ ਇਹਨਾਂ ਤੋਂ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੇ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।